ਤੁਸੀਂ ਸੁਣ ਰਹੇ ਹੋ ਭੁਪਿੰਦਰ ਸਿੰਘ ਰੈਣਾ ਦੇ ਲਿਖੇ ਨਾਵਲ ਬੇਨਾਮ ਰਿਸ਼ਤੇ ਦੀ ਦੂਸਰੀ ਕਿਸ਼ਤ ਸ਼ਮਾ ਪੰਗੂ ਦੀ ਜ਼ੁਬਾਨੀ। ਬਬਲੂ ਨੂੰ ਕਰਿਆਨੇ ਦੀ ਦੁਕਾਨ ਖੋਲ ਦਿੱਤੀ ਬਾਰਾਮੂਲੇ ਵਿੱਚ। ਉੱਥੇ ਹੀ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗ ਪਏ। ਦਿਨੇ ਬਬਲੂ ਦੁਕਾਨ ਤੇ ਰਹਿੰਦਾ, ਦੁਪਹਿਰ ਰੋਟੀ ਖਾਣ ਘਰ ਆਉਂਦਾ। ਹਮੇਸ਼ਾ ਪ੍ਰੀਤੀ ਨੂੰ ਗਮਗੀਨ ਤੇ ਚਿੰਤਾ ਵਿੱਚ ਵੇਖਦਾ। ਉਹ ਲੱਖ ਯਤਨ ਕਰਨ ਦੇ ਬਾਵਜੂਦ ਫਿਆਜ਼ ਨੂੰ ਭੁੱਲੀ ਨਹੀਂ ਸੀ। ਹਰ ਪਲ ਫਿਆਜ਼ ਦੀ ਯਾਦ ਉਸ ਨੂੰ ਤੜਫਾਉਂਦੀ। ਉਸ ਨਾਲ ਬਿਤਾਏ ਪਲ, ਬਿਤਾਈਆਂ ਰਾਤਾਂ ਉਸ ਦੀ ਸੋਚ ਨੂੰ ਨਿਢਾਲ ਕਰਦੀਆਂ। ਕਈ ਵਾਰ ਉਸ ਦੇ ਮਨ ਵਿੱਚ ਆਉਂਦਾ, ਫਿਰ ਭੱਜ ਜਾਵਾਂ, ਫਿਰ ਫਿਆਜ਼ ਕੋਲ ਚਲੀ ਜਾਵਾਂ। ਉਹੀ ਉਹਨੂੰ ਆਪਣੇ ਜੀਵਨ ਦਾ ਕਣਨਧਾਰ ਲੱਗਦਾ। ਉਸ ਦੇ ਬਗੈਰ ਉਸ ਨੂੰ ਆਪਣਾ ਜੀਵਨ ਅਧੂਰਾ ਜਾਪਦਾ। ਇਸੇ ਸੋਚ ਤੇ ਉਸ ਦੀ ਯਾਦ ਵਿੱਚ ਉਹ ਸਾਰਾ ਦਿਨ ਗੁਜ਼ਾਰ ਦਿੰਦੀ। ਰਾਤ ਨੂੰ ਪਤੀ ਨਾਲ ਸੌਂਦਿਆਂ ਉਹਨੂੰ ਜਾਪਦਾ ਜਿਵੇਂ ਅੰਗਾਰਿਆਂ ਤੇ ਲੇਟੀ ਹੋਵੇ। ਉਹਨੂੰ ਬਬਲੂ ਵਿੱਚ ਕੋਈ ਰੁਚੀ ਨਹੀਂ ਸੀ, ਕੇਵਲ ਸਮਾਜ ਦੇ ਬੰਧਨ ਵਿੱਚ ਜਕੜੀ ਹੋਈ ਸੀ। ਹਾਂ, ਰੋਟੀ ਦੋਨੋਂ ਵਕਤ ਬਬਲੂ ਨੂੰ ਖਵਾ ਦਿੰਦੀ ਸੀ, ਪਰ ਕਦੀ ਮੀਟ ਜਾਂ ਮੁਰਗਾ ਬਬਲੂ ਲੈ ਕੇ ਆਉਂਦਾ, ਉਹ ਬਣਾ ਦਿੰਦੀ, ਪਰ ਆਪ ਨਹੀਂ ਖਾਂਦੀ। ਕਦੀ ਉਹਦਾ ਕੋਈ ਭਰਾ ਮਿਲਣ ਆਉਂਦਾ ਤੇ ਬਬਲੂ ਅਕਸਰ ਪੁੱਛਦਾ, ਇਹ ਵੈਸ਼ਨਵ ਹੈ ਕੀ? ਤੇ ਭਰਾ ਕਹਿੰਦਾ, ਇਹ ਤੇ ਮੀਟ ਮੁਰਗੇ ਦੀ ਬਹੁਤ ਸ਼ੌਕੀਨ ਹੈ, ਪਰ ਹੁਣ ਕਿਉਂ ਨਹੀਂ ਖਾਂਦੀ? ਪਤਾ ਨਹੀਂ, ਚਲੋ ਨਹੀਂ ਖਾਂਦੀ ਤੇ ਨਾ ਸਹੀ। ਵਾਸਤਵ ਵਿੱਚ ਉਹ ਕਲਮਾ ਪੜ੍ਹ ਕੇ ਮੁਸਲਿਮ ਹੋ ਗਈ ਤੇ ਝਟਕਾ ਮਾਸ ਨਹੀਂ ਖਾਂਦੀ ਸੀ। ਬਬਲੂ ਦੇ ਮਿੱਤਰ ਅਤੇ ਯਾਰ ਉਹਦੀ ਦੁਕਾਨ ਤੇ ਕਈ ਵਾਰੀ ਗੱਪਸ਼ਪ ਕਰਨ ਆਉਂਦੇ, ਹਾਲ ਚਾਲ ਪੁੱਛਦੇ, ਉਹਦੀ ਪਤਨੀ ਬਾਰੇ ਚਰਚਾ ਕਰਦੇ। ਉਹਨਾਂ ਦੀ ਦਿਲਚਸਪੀ ਇਹ ਰਹਿੰਦੀ ਕਿ ਕੁੜੀ ਦੂਜੇ ਬੰਦੇ ਨਾਲ ਭੱਜ ਗਈ ਸੀ, ਚਰਿੱਤਰ ਦੀ ਠੀਕ ਨਹੀਂ ਹੋਵੇਗੀ। ਹੋ ਸਕਦਾ ਹੈ ਕਿਤੇ ਸਾਡੀ ਵੀ ਦਾਲ ਗਲ ਜਾਏ। ਬਬਲੂ ਦੇ ਘਰ ਜਾਣ ਦਾ ਕੋਈ ਨਾ ਕੋਈ ਬਹਾਨਾ ਲੱਭਦੇ, ਪ੍ਰੀਤੀ ਨੂੰ ਮਿਲਣ ਦਾ ਜਾਂ ਵੇਖਣ ਦਾ ਕੋਈ ਹੀਲਾ ਕਰਦੇ। ਕਦੀ ਕਹਿੰਦੇ, ਤੂੰ ਕੋਈ ਪੈਰਵੀ ਨਹੀਂ ਕੀਤੀ, ਕਿੰਨੀ ਜੱਦੋ ਜਹਿਦ ਨਾਲ ਤੇਰਾ ਵਿਆਹ ਕਰਾਇਆ, ਤੇਰੇ ਪਿਓ ਨੂੰ ਮਨਾਇਆ, ਕਿਤੇ ਘਰ ਬੁਲਾ ਕੇ ਸਾਨੂੰ ਵੀ ਭਾਬੀ ਦੇ ਹੱਥ ਦਾ ਬਣਿਆ ਕੁਝ ਖਿਲਾ ਪਿਲਾ ਦੇ। ਬਬਲੂ ਨੇ ਆਪਣੇ ਕੁਝ ਮਿੱਤਰ ਆਪਣੇ ਘਰ ਸੱਦ ਹੀ ਲਏ ਚਾਹ ਪਾਣੀ ਪਿਉਣ ਲਈ, ਪਰ ਕਿਸੇ ਦੀ ਵੀ ਨੀਅਤ ਠੀਕ ਨਹੀਂ ਸੀ। ਉਹਨਾਂ ਦੀ ਸੋਚ ਸੀ ਕਿ ਜਿਹੜੀ ਕੁੜੀ ਕਿਸੇ ਦੇ ਨਾਲ ਭੱਜ ਗਈ ਹੈ, ਉਹ ਚਰਿੱਤਰਵਾਨ ਨਹੀਂ ਹੋਵੇਗੀ। ਉਹਨਾਂ ਨੇ ਕਈ ਫਬਕੀਆਂ ਕੱਸੀਆਂ, ਕਈ ਟਿਚਕਰਾਂ ਕੀਤੀਆਂ, ਪਰ ਪ੍ਰੀਤੀ ਚੁੱਪਚਾਪ ਸਹਿ ਗਈ, ਕਿਸੇ ਵੀ ਗੱਲ ਦਾ ਉੱਤਰ ਨਹੀਂ ਦਿੱਤਾ। ਉਹਨਾਂ ਦੀ ਆਪ ਭਗਤ ਕੀਤੀ, ਚਾਹ ਪਾਣੀ ਦੇ ਨਾਲ ਗਰਮ ਪਕੌੜੇ ਬਣਾ ਕੇ ਉਹਨਾਂ ਨੂੰ ਖਿਲਾਏ ਤੇ ਰੁਖਸਤ ਕੀਤਾ। ਕਾਫੀ ਹੱਸੀ ਮਜ਼ਾਕ ਚੱਲਦਾ ਰਿਹਾ, ਪਰ ਕਿਸੇ ਵੀ ਗੱਲ ਤੇ ਰੋਸ ਨਹੀਂ ਜਤਾਇਆ, ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਉਹਨਾਂ ਦੇ ਜਾਣ ਤੋਂ ਬਾਅਦ ਪ੍ਰੀਤੀ ਨੇ ਬਬਲੂ ਦੇ ਦੋਸਤਾਂ ਲਈ ਬੜੇ ਅਪਸ਼ਬਦ ਵਰਤੇ। ਕਿਹੋ ਜਿਹੇ ਦੋਸਤ ਨੇ ਤੁਹਾਡੇ? ਕੀ ਸਮਝਦੇ ਨੇ ਕਿ ਮੈਂ ਬਾਜ਼ਾਰੂ ਔਰਤ ਹਾਂ? ਕੀ ਸਮਝਦੇ ਨੇ ਕਿ ਮੈਂ ਚਰਿੱਤਰਹੀਨ ਹਾਂ ਤੇ ਇਹੋ ਜਿਹੇ ਟੁੱਚੇ ਮੈਨੂੰ ਪ੍ਰਭਾਵਿਤ ਕਰਨਗੇ? ਅੱਜ ਤੇ ਤੁਸੀਂ ਇਹਨਾਂ ਨੂੰ ਲਿਆਏ ਹੋ, ਪਰ ਖਿਆਲ ਰੱਖਣਾ ਦੁਬਾਰਾ ਇਹਨਾਂ ਚੋਂ ਕੋਈ ਮੇਰੇ ਘਰ ਨਾ ਆਏ। ਵਾਹਿਆਤ ਲੋਕ ਹਨ ਇਹ। ਕੀ ਆਪਣੀਆਂ ਮਾਵਾਂ ਭੈਣਾਂ ਨਾਲ ਵੀ ਇਹੋ ਜਿਹੀਆਂ ਫਜ਼ੂਲ ਗੱਲਾਂ ਕਰਦੇ ਨੇ? ਤੁਸੀਂ ਵੀ ਸਮਝ ਲਓ ਕਿ ਮੈਂ ਅਗਰ ਆਪਣਾ ਧਰਮ ਛੱਡ ਕੇ, ਆਪਣੀ ਮਾਂ, ਆਪਣੇ ਭਰਾ ਛੱਡ ਕੇ ਉਸ ਮੁੰਡੇ ਨਾਲ ਨੱਸ ਗਈ ਸਾਂ, ਤਾਂ ਸਮਝੋ ਕਿ ਮੈਂ ਉਹਨੂੰ ਕਿੰਨਾ ਪਿਆਰ ਕੀਤਾ ਹੋਵੇਗਾ, ਕਿੰਨਾ ਉਸ ਨੂੰ ਚਾਹਿਆ ਹੋਵੇਗਾ। ਉਸ ਦੇ ਨਾਲ ਜੀਣ ਮਰਨ ਨੂੰ ਤਿਆਰ ਸਾਂ। ਉਹ ਮੇਰੀ ਰੂਹ ਵਿੱਚ ਵਸ ਗਿਆ ਸੀ। ਇਹ ਕਦੀ ਵੀ ਨਹੀਂ ਸੋਚਣਾ ਕਿ ਮੈਂ ਬਦ ਚਲਨ ਹਾਂ। ਤੁਹਾਡੇ ਨਾਲ ਵਿਆਹ ਕਰਕੇ ਮੈਂ ਜ਼ਿੰਦਗੀ ਨਾਲ ਸਮਝੌਤਾ ਕੀਤਾ ਹੈ। ਤੁਹਾਨੂੰ ਚਾਹਿਆ ਨਹੀਂ, ਤੁਹਾਨੂੰ ਪਿਆਰ ਨਹੀਂ ਕਰਦੀ, ਨਾ ਹੀ ਕਰ ਸਕਦੀ ਹਾਂ। ਮੈਂ ਤੁਹਾਡੀ ਇੱਜ਼ਤ ਕਰਦੀ ਹਾਂ, ਤੁਹਾਡਾ ਸਨਮਾਨ ਕਰਦੀ ਹਾਂ ਕਿ ਮੇਰੇ ਇੰਨੇ ਔਗਣਾਂ ਦੇ ਬਾਅਦ ਵੀ ਤੁਸੀਂ ਮੈਨੂੰ ਅਪਣਾਇਆ, ਮੇਰਾ ਹੱਥ ਫੜਿਆ, ਬਦਨਾਮੀ ਤੋਂ ਬਚਾਇਆ, ਮੇਰੇ ਪਰਿਵਾਰ ਦੀ ਇੱਜ਼ਤ ਦਾ ਖਿਆਲ ਕੀਤਾ, ਤੇ ਮੈਂ ਵੀ ਸਾਰੀ ਉਮਰ ਤੁਹਾਡੀ ਇੱਜ਼ਤ ਕਰਦੀ ਰਹਾਂਗੀ।
ਸੱਚਮੁੱਚ ਪ੍ਰੀਤੀ ਨੇ ਆਪਣੇ ਜੀਵਨ ਨਾਲ ਸਮਝੌਤਾ ਕੀਤਾ ਸੀ, ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕੀਤਾ ਸੀ। ਉਹ ਫਿਆਜ਼ ਨੂੰ ਭੁੱਲੀ ਨਹੀਂ ਸੀ। ਜਦੋਂ ਇਕੱਲੀ ਹੁੰਦੀ ਉਸੇ ਦੀ ਯਾਦ ਵਿੱਚ ਗੁਆਚੀ ਰਹਿੰਦੀ, ਉਸ ਦੇ ਨਾਲ ਗੁਜ਼ਾਰੇ ਹਰ ਪਲ ਨੂੰ ਆਪਣੇ ਖਿਆਲਾਂ ਵਿੱਚ ਜੀਵੰਤ ਕਰਦੀ ਰਹਿੰਦੀ। ਹਾਂ, ਪਰ ਪਤਨੀ ਨੂੰ ਵੀ ਸਤਿਕਾਰਦੀ, ਉਹਦੇ ਵਾਸਤੇ ਪਿਆਰ ਨਾਲ ਭੋਜਨ ਬਣਾਉਂਦੀ, ਪਿਆਰ ਨਾਲ ਖਵਾਉਂਦੀ ਤੇ ਪਤਨੀ ਹੋਣ ਦਾ ਫਰਜ਼ ਵੀ ਨਿਭਾਉਂਦੀ। ਪਰ ਰਾਤ ਪਤੀ ਕੋਲ ਸੌਂਦਿਆਂ ਆਪਣੇ ਖਿਆਲ ਵਿੱਚ ਉਹ ਫਿਆਜ਼ ਨੂੰ ਮਹਿਸੂਸ ਕਰਦੀ। ਕਈ ਵਾਰੀ ਬਬਲੂ ਨੂੰ ਉਹਦੇ ਵਿੱਚ ਪਰਾਇਆਪਨ ਵੀ ਝਲਕਦਾ। ਪਰ ਚਲੋ, ਗ੍ਰਸਤੀ ਦੀ ਗੱਡੀ ਜਿਵੇਂ ਕਿਵੇਂ ਅੱਗੇ ਚੱਲਦੀ ਰਹੀ। ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਬਬਲੂ ਦੇ ਦੋਸਤਾਂ ਵਿੱਚੋਂ ਇੱਕ ਦੋਸਤ ਉਸਦੇ ਘਰ ਆ ਗਿਆ ਦੇਰ ਸ਼ਾਮ ਨੂੰ। ਉਸ ਦਿਨ ਬਬਲੂ ਰਾਤ ਲਈ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਪਿੰਡ ਗਿਆ ਸੀ। ਉਸ ਦਾ ਪਿੰਡ 20-25 ਕਿਲੋਮੀਟਰ ਦੂਰ ਸੀ। 12 ਮੀਲਾਂ ਤੋਂ ਆਵਾਜਾਈ ਸਾਧਨ ਨਾ ਹੋਣ ਕਾਰਨ ਸ਼ਾਮੀ ਜਲਦੀ ਜਾਣਾ ਪਿਆ ਤੇ ਰਾਤ ਗੁਜ਼ਾਰ ਕੇ ਮਾਤਾ-ਪਿਤਾ ਨਾਲ ਸਵੇਰੇ ਵੇਲੇ ਤੇ ਆ ਕੇ ਦੁਕਾਨ ਵੀ ਖੋਲਣੀ ਸੀ। ਉਸੇ ਸ਼ਾਮ ਜਦੋਂ ਬਬਲੂ ਘਰ ਨਹੀਂ ਸੀ, ਦਰਵਾਜ਼ੇ ਤੇ ਦਸਤਕ ਹੋਈ। ਬਬਲੂ ਦੇ ਮਿੱਤਰ ਕੁਲਦੀਪ ਨੂੰ ਦੇਖ ਕੇ ਹੈਰਾਨ ਹੋਈ ਤੇ ਪਰੇਸ਼ਾਨ ਵੀ। ਉਸਨੇ ਅੱਧਾ ਹੀ ਬੂਹਾ ਖੋਲਿਆ ਤੇ ਕਿਹਾ, ਬਬਲੂ ਘਰ ਨਹੀਂ ਹੈ। ਉਹ ਤੇ ਮੈਨੂੰ ਪਤਾ ਹੈ, ਇਸੇ ਲਈ ਤਾਂ ਆਇਆ ਹਾਂ, ਉਸਨੇ ਦਰਵਾਜ਼ੇ ਦੇ ਅੰਦਰ ਵੜਦਿਆਂ ਕਿਹਾ। ਕਿਉਂ ਆਏ ਹੋ? ਤੈਨੂੰ ਮਿਲਣ, ਕੁਲਦੀਪ ਨੇ ਉੱਤਰ ਦਿੱਤਾ। ਕੀ ਕੰਮ ਹੈ? ਪ੍ਰੀਤੀ ਨੇ ਕ੍ਰੋਧ ਵਿੱਚ ਪੁੱਛਿਆ। ਸੋਚਿਆ ਤੇਰਾ ਹਾਲ ਚਾਲ ਹੀ ਪੁੱਛ ਲਈਏ। ਮੈਂ ਬਿਲਕੁਲ ਠੀਕ ਹਾਂ, ਤੁਸੀਂ ਇੱਥੋਂ ਚਲੇ ਜਾਓ। ਜਾਣ ਲਈ ਥੋੜੀ ਆਇਆ ਹਾਂ, ਸੋਚਿਆ ਅੱਜ ਰਾਤ ਤੇਰੇ ਕੋਲ ਹੀ ਬਿਤਾ ਲੈਂਦਾ ਹਾਂ। ਬੜੀ ਉਤੇਜਨਾ ਨਾਲ ਕੁਲਦੀਪ ਬੋਲਿਆ। ਤੁਸੀਂ ਇੱਥੋਂ ਚਲੇ ਜਾਓ, ਨਹੀਂ ਤਾਂ ਠੀਕ ਨਹੀਂ ਹੋਏਗਾ। ਪ੍ਰੀਤੀ ਡਾਰਲਿੰਗ, ਬਬਲੂ ਦੇ ਵਿਆਹ ਤੇ ਮੈਂ ਵੀ ਖਰਚਾ ਕੀਤਾ ਹੈ ਜਦੋਂ ਉਹਦਾ ਪਿਓ ਨਹੀਂ ਸੀ ਮੰਨਦਾ, ਤੇ ਹੁਣ ਪੈਸਾ ਵਸੂਲ ਕਰਨ ਆਏ ਹੋ? ਪ੍ਰੀਤੀ ਦੀ ਆਵਾਜ਼ ਉੱਚੀ ਹੋ ਗਈ, ਤੇਵਰ ਬਦਲ ਗਏ। ਇਹੋ ਹੀ ਸਮਝ ਲੈ। ਤੇ ਕੁਲਦੀਪ ਨੇ ਪ੍ਰੀਤੀ ਦਾ ਹੱਥ ਫੜ ਲਿਆ। ਪ੍ਰੀਤੀ ਨੇ ਜ਼ੋਰ ਨਾਲ ਹੱਥ ਖਿੱਚਿਆ ਤੇ ਦੂਰ ਹੋ ਗਈ। ਕੁਲਦੀਪ ਤੇ ਹਿੰਮਤ ਕਰ ਹੀ ਚੁੱਕਿਆ ਸੀ, ਹੋਰ ਅੱਗੇ ਹੋਇਆ ਤੇ ਪ੍ਰੀਤੀ ਨੂੰ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਪ੍ਰੀਤੀ ਦਾ ਗੁੱਸਾ ਆਪੇ ਤੋਂ ਬਾਹਰ ਹੋ ਗਿਆ। ਤੂੰ ਇੰਨਾ ਕਮੀਨਾ ਤੇ ਘਟੀਆ ਆਦਮੀ ਹੈ, ਤੈਨੂੰ ਸ਼ਰਮ ਨਹੀਂ ਆਈ ਕਿ ਇੱਕ ਦੋਸਤ ਦੀ ਗੈਰ ਹਾਜ਼ਰੀ ਵਿੱਚ ਉਹਦੀ ਪਤਨੀ ਕੋਲ ਆ ਗਿਆ ਹੈ ਖੇ ਖਾਣ? ਇੱਥੋਂ ਆਰਾਮ ਨਾਲ ਚਲਾ ਜਾ, ਨਹੀਂ ਤੇ ਸ਼ੋਰ ਮਚਾ ਦੇਵਾਂਗੀ। ਮਾਲਕ ਮਕਾਨ ਥੱਲੇ ਰਹਿੰਦੇ ਹਨ, ਤੈਨੂੰ ਫੜਵਾ ਕੇ ਉਹ ਛਿਤਰੌਲ ਕਰਵਾਵਾਂਗੇ ਕਿ ਜ਼ਿੰਦਗੀ ਭਰ ਤੇਰੀ ਆਸ਼ਕੀ ਵਾਲਾ ਭੂਤ ਨਿਕਲ ਜਾਵੇਗਾ। ਤੂੰ ਕੀ ਸਮਝ ਕੇ ਆਇਆ ਹੈ ਕਿ ਮੈਂ ਬਾਜ਼ਾਰ ਵਿੱਚ ਬੈਠੀ ਹਾਂ ਤੇਰੇ ਵਰਗੇ ਕੁੱਤਿਆਂ ਦੀ ਅਯਾਸ਼ੀ ਲਈ? ਉਹ ਅਸੀਂ ਕਿਹੜੇ ਫਿਆਜ਼ ਮੁਹੰਮਦ ਤੋਂ ਘੱਟ ਹਾਂ? ਖਬਰਦਾਰ ਅਗਰ ਉਸ ਦਾ ਨਾਂ ਲਿਆ। ਉਹ ਮੇਰਾ ਗੁਜ਼ਰਿਆ ਹੋਇਆ ਵਕਤ ਹੈ, ਉਸ ਵਕਤ ਨੂੰ ਮੈਂ ਪਿੱਛੇ ਛੱਡ ਆਈ ਹਾਂ। ਨਾਲੇ ਉਹ ਤੇਰੇ ਵਰਗਾ ਜ਼ਲੀਲ ਤੇ ਘਟੀਆ ਨਹੀਂ ਸੀ। ਪ੍ਰੀਤੀ ਉਸੇ ਰੌਂ ਵਿੱਚ ਬੋਲ ਰਹੀ ਸੀ ਤੇ ਕੁਲਦੀਪ ਨੂੰ ਜਾਣ ਲਈ ਦਰਵਾਜ਼ੇ ਵੱਲ ਇਸ਼ਾਰਾ ਕਰ ਰਹੀ ਸੀ। ਪਰ ਕੁਲਦੀਪ ਢੀਠ ਹੋ ਕੇ ਮੰਜੇ ਤੇ ਬੈਠ ਗਿਆ। ਉਹਦੀ ਵੀਣੀ ਫੜਨ ਦੀ ਕੋਸ਼ਿਸ਼ ਕੀਤੀ। ਕਿਸੇ ਵੀ ਤਰੀਕੇ ਜ਼ੋਰ ਲਗਾ ਕੇ ਉਸਨੇ ਵੀਣੀ ਛੁਡਾਈ ਤੇ ਦਰਵਾਜ਼ੇ ਵਿੱਚੋਂ ਬਾਹਰ ਹੋ ਗਈ। ਪੌੜੀਆਂ ਤੋਂ ਥੱਲੇ ਉਤਰ ਗਈ। ਪਹਿਲੀ ਮੰਜ਼ਲ ਵਿੱਚ ਮਕਾਨ ਮਾਲਕ ਰਹਿੰਦੇ ਸਨ ਤੇ ਸਿੱਧੇ ਉਹਨਾਂ ਦੇ ਅੰਦਰ ਵੜ ਗਈ। ਮਕਾਨ ਮਾਲਕ ਨੂੰ ਸਾਰੀ ਦਾਸਤਾਨ ਸੁਣਾਈ। ਉਹ ਵੀ ਗੁੱਸੇ ਨਾਲ ਪ੍ਰੀਤੀ ਨੂੰ ਲੈ ਕੇ ਪੌੜੀਆਂ ਚੜਿਆ। ਕਮਰਾ ਖਾਲੀ ਸੀ, ਕੁਲਦੀਪ ਜਾ ਚੁੱਕਾ ਸੀ ਤੇ ਪ੍ਰੀਤੀ ਕਿਸੇ ਅਣਹੋਣੀ ਤੋਂ ਬਚ ਗਈ ਸੀ। ਦੂਸਰੀ ਸਵੇਰ ਜਦੋਂ ਬਬਲੂ ਘਰੋਂ ਪਰਤ ਕੇ ਆਇਆ ਤਾਂ ਪ੍ਰੀਤੀ ਨੇ ਸਾਰੀ ਕਹਾਣੀ ਉਹਨੂੰ ਸੁਣਾਈ। ਬਬਲੂ ਬਹੁਤ ਪਰੇਸ਼ਾਨ ਤੇ ਕ੍ਰੋਧ ਵਿੱਚ ਆਇਆ। ਇਹ ਵਾਕਿਆ ਉਸ ਦੀ ਸੋਚ ਦੇ ਵਿਪਰੀਤ ਸੀ। ਉਸਨੂੰ ਕੁਲਦੀਪ ਤੋਂ ਐਸੀ ਉਮੀਦ ਨਹੀਂ ਸੀ। ਉਸਨੇ ਪ੍ਰੀਤੀ ਨੂੰ ਸ਼ਾਂਤ ਕੀਤਾ, ਇਹ ਭਰੋਸਾ ਦਿੱਤਾ ਕਿ ਉਹ ਕਦੀ ਉਸਨੂੰ ਇਕੱਲੀ ਨਹੀਂ ਛੱਡ ਕੇ ਜਾਵੇਗਾ। ਪਿੰਡ ਜਾਣਾ ਹੋਇਆ ਤਾਂ ਉਸਨੂੰ ਨਾਲ ਲੈ ਕੇ ਜਾਵੇਗਾ। ਕੁਲਦੀਪ 2-3 ਦਿਨ ਬਬਲੂ ਨੂੰ ਨਹੀਂ ਮਿਲਿਆ। ਬਬਲੂ ਨਾਲ ਅੱਖਾਂ ਮਿਲਾਉਣ ਦਾ ਹੌਸਲਾ ਨਹੀਂ ਕਰ ਸਕਿਆ। ਬਬਲੂ ਵੀ ਬਹੁਤ ਗੁੱਸੇ ਵਿੱਚ ਸੀ ਕਿ ਇੱਕ ਸ਼ਾਮ ਕੁਲਦੀਪ ਦੇ ਘਰ ਚਲਾ ਗਿਆ। ਇਸ ਤੋਂ ਪਹਿਲੇ ਕਿ ਉਸਨੂੰ ਕੁਝ ਬੁਰਾ ਭਲਾ ਕਹਿੰਦਾ, ਕੁਲਦੀਪ ਨੇ ਕਹਿ ਦਿੱਤਾ ਕਿ ਮੈਂ ਤੇ ਭਾਬੀ ਨੂੰ ਅਜਮਾਉਣ ਗਿਆ ਸਾਂ ਕਿ ਕਿਤੇ ਤੇਰੇ ਨਾਲ ਧੋਖਾ ਤੇ ਨਹੀਂ ਕਰਦੀ।
तू ते सारा दिन दुकान ते रहिंदा है, पर ऐसी कोई गल नहीं, बड़ी चंगी है। बहुत खुशकिस्मत है तू कि इहो जी पत्नी तैनू मिली है। बाकी अनजाने विच तां किसे कोलों भी गलती हो जाती है। जो उसका अतीत सी उसनू भुल गई है ते तेरी बहुत इज्जत करती है। मैं तेरा मित्र होने दे नाते ही गया सां कि सब ठीक ठाक है। ये कह के कुलदीप ने अपनी मित्रता बचा लई ते होर भरोसा बना लिया। ये सी बेनाम रिश्ते दी दूसरी किश्त ते बहुत जल्दी तीसरी किश्त लेके हाजिर होवांगे।